ਜ਼ਿੰਦਗੀ ਦੇ ਇੱਕ ਇੱਕ ਪਹਿਲੂ ਤੋਂ ਸੰਤ ਜਨ ਸਤਿਗੁਰੂ ਸਾਹਿਬਾਨ ਸਾਨੂੰ ਸੁਚੇਤ ਕਰਦੇ ਹਨ, ਕਿਉਂਕਿ ਇਸ ਜਹਾਨ ਵਿੱਚ ਵਿਚਰਦਿਆਂ ਹੋਇਆਂ ਜ਼ਿੰਦਗੀ ਵਿੱਚ ਇੱਕ ਵਾਰੀ ਨਹੀਂ, ਅਨੇਕ ਵਾਰੀ ਅਨੇਕ ਥਾਵਾਂ 'ਤੇ ਅਨੇਕ ਕਾਰਨਾਂ ਕਰਕੇ ਆਦਮੀ ਥਿੜਕ ਸਕਦਾ ਹੈ। ਜਿਸ ਜਿਸ ਖੇਤਰ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਤਿਲਕਦਿਆਂ ਡਿੱਠਾ ਤੇ ਦੁਖੀ ਹੁੰਦਿਆਂ ਵੇਖਿਆ, ਉੱਥੋਂ ਸਿਆਣੇ ਪੁਰਸ਼ ਸਾਵਧਾਨ ਕਰਦੇ ਰਹੇ ਕਿ ਬਚਣਾ ਹੈ। ਇਸ ਜਹਾਨ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਕਮਜ਼ੋਰੀ ਜੋ ਆਮ ਤੌਰ 'ਤੇ ਆ ਜਾਂਦੀ ਹੈ, ਕਬੀਰ ਜੀ ਉਸ ਦਾ ਜ਼ਿਕਰ ਕਰਕੇ 202 ਨੰਬਰ ਸ਼ਲੋਕ ਦੀ ਪ੍ਰਾਰੰਭਤਾ ਕਰਦੇ ਹਨ ਤੇ 2 ਪੰਕਤੀਆਂ ਦੇ ਸ਼ਲੋਕ ਨੂੰ ਸੰਪੂਰਨ ਕਰਦੇ ਹਨ ਕਿ ਇਹ ਆਮ ਮਨੁੱਖ ਦੀ ਹੀ ਦਸ਼ਾ ਨਹੀਂ, ਧਾਰਮਿਕ ਦੁਨੀਆ ਦੇ ਥੰਮ ਅਖਵਾਉਣ ਵਾਲੇ ਲੋਕਾਂ 'ਤੇ ਵੀ ਇਸ ਬਿਮਾਰੀ ਦਾ ਗਲਬਾ ਪੈਂਦਿਆਂ ਮੈਂ ਦੇਖਿਆ ਹੈ। ਉਹ ਬਿਮਾਰੀ ਕੀ ਹੈ? ਦਵੈਤ। ਜਿੱਥੇ ਈਰਖਾ ਚੱਲਦੀ ਹੈ, ਕਿਸੇ ਨੂੰ ਆਪਣਾ ਕਿਸੇ ਨੂੰ ਪਰਾਇਆ, ਇਸ ਵੰਡ ਵਿੱਚ ਦ੍ਰਿਸ਼ਟੀ ਰੱਖ ਕੇ ਜਦੋਂ ਡਿੱਠਾ, ਆਪਣੇ ਦੇ ਔਗਣ ਵੀ ਛੁਪਾਏ, ਦੂਜੇ ਦੇ ਗੁਣ ਤੱਕ ਕੇ ਵੀ ਛੁਪਾਏ ਤੇ ਔਗਣਾਂ ਦਾ ਪ੍ਰਚਾਰ ਕੀਤਾ। ਕਾਰਨ ਬੜਾ ਮਾਮੂਲੀ ਸੀ, ਕੋਈ ਮੇਰੇ ਤੋਂ ਅਗਾਂਹ ਕਿਵੇਂ ਹੋ ਸਕਦਾ ਹੈ। ਅਸੀਂ ਇੱਕ ਦੂਜੇ ਨੂੰ ਪਛਾੜਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਾਂ, ਆਪਣੇ ਆਪ ਨੂੰ ਅੱਗੇ ਵਧਾਉਣ ਵਿੱਚ ਬਹੁਤ ਘੱਟ। ਅਜੀਬ ਇਹ ਖੇਲ ਹੈ। ਦੂਜੇ ਨੂੰ ਪਛਾੜ ਕੇ ਉਸ ਦੀਆਂ ਲੱਤਾਂ ਖਿੱਚ ਕੇ ਆਪ ਅੱਗੇ ਹੋ ਸਕੀਏ, ਇਹ ਤਾਂ ਕੋਈ ਯਾਤਰਾ ਨਾ ਹੋਈ। ਮਜ਼ਾ ਤਾਂ ਹੈ ਕਿ ਆਪਣੀ ਹਿੰਮਤ ਦੇ ਬਲਬੂਤੇ ਉਹ ਕੰਮ ਕਰੋ ਕਿ ਸੱਚਮੁੱਚ ਜੀਵਨ ਅਗੇਰੇ ਵਧੇ, ਅਗਾਂਹ ਵਧੇ। ਫਿਰ ਕੋਈ ਈਰਖਾ ਨਹੀਂ ਹੋਵੇਗੀ। ਪਰ ਮਨੁੱਖ ਅੰਦਰ ਈਰਖਾ ਇਤਨੀ ਭਰੀ ਪਈ ਹੈ ਜਿਸ ਦਾ ਕੋਈ ਹਿਸਾਬ ਨਹੀਂ। ਕਬੀਰ ਜੀ ਨੇ ਜੋ ਬਚਨ ਕਹੇ ਨੇ ਉਹ ਕਮਾਲ ਦੇ ਹਨ। ਉਹ ਕਹਿੰਦੇ ਨੇ, ਕਬੀਰ ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ। ਐ ਦਵੈਤ ਸਾਰੀ ਸ੍ਰਿਸ਼ਟੀ ਵਿੱਚ ਧਰਤੀ ਔਰ ਆਕਾਸ਼ ਮੈਂ, ਜ਼ਮੀਨ ਤੋਂ ਆਕਾਸ਼ ਤੱਕ 4 ਚੁਫੇਰੇ ਮੈਂ ਦੇਖਿਆ ਹੈ, ਤੂੰ ਬੜੀ ਬਲਵਾਨ ਹੈ। ਦੋਏ ਤੂੰ ਬਰੀ ਅਬਦ। ਅਬਦ ਦਾ ਮਤਲਬ ਹੈ ਜਿਸ ਦਾ ਵੱਧ ਨਾ ਕੀਤਾ ਜਾ ਸਕੇ, ਜਿਸ ਨੂੰ ਨਾਸ਼ ਨਾ ਕੀਤਾ ਜਾ ਸਕੇ, ਤਕਰੀਬਨ ਜਿਸ ਨੂੰ ਨਾਸ਼ ਕਰਨਾ ਅਸੰਭਵ ਹੋਵੇ। ਐ ਦਵੈਤ ਤੂੰ ਪੂਰੀ ਸ੍ਰਿਸ਼ਟੀ ਤੇ ਇੰਨੀ ਬਲਵਾਨ ਹੋ ਕੇ ਵਰਤ ਰਹੀ ਹੈ
ਕਿ ਤੈਨੂੰ ਮਿਟਾਉਣਾ ਅਸੰਭਵ ਜਾਪਦਾ ਹੈ। ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਫਿਰ ਮੈਂ ਆਮ ਦੁਨੀਆ ਦੀ ਕੀ ਗੱਲ ਕਰਾਂ। 6 ਭੇਖ ਧਾਰਨ ਕਰਨ ਵਾਲੇ ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੋਧੀ, ਬੈਰਾਗੀ ਸਭ ਆਪਣੇ ਆਪ ਨੂੰ ਧਾਰਮਿਕ ਸਦਵਾਉਂਦੇ ਹਨ। ਬੜੇ ਬੜੇ ਸੁੰਦਰ ਲਿਬਾਸ ਧਾਰਨ ਕੀਤੇ, ਬੜੀਆਂ ਉੱਚੀ ਫਿਲਾਸਫੀ ਦੀਆਂ ਗੱਲਾਂ ਵੀ ਕੀਤੀਆਂ, ਲੇਕਿਨ ਜਦ ਮੈਂ ਨੇੜਿਓਂ ਹੋ ਕੇ ਡਿੱਠਾ, ਦਵੈਤ ਇਹਨਾਂ ਦੇ ਅੰਦਰ ਵੀ ਭਰੀ ਪਈ। 84 ਸਿੱਧ ਸਾਧਨਾ ਕਰਕੇ ਜੋ ਆਪਣੇ ਆਪ ਨੂੰ ਪੁੱਗੇ ਹੋਏ ਗਿਣਦੇ। ਸਿੱਧ ਦਾ ਮਤਲਬ ਹੀ ਇਹ ਹੈ ਜਿਸ ਨੇ ਸਾਧਨਾ ਕਰਕੇ ਸਾਧਨਾ ਵਿੱਚ ਕਾਮਯਾਬੀ ਪ੍ਰਾਪਤ ਕਰ ਲਈ ਹੈ। ਯੋਗ ਦੇ ਸਾਧਨਾ ਵਿੱਚ ਜੋ ਪਰਪੱਕ ਹੋ ਗਏ, ਹਰ ਪ੍ਰਕਾਰ ਦਾ ਆਸਣ ਲਗਾਉਣ ਦੀ ਤਿਨਾਂ ਨੂੰ ਜਾਚ ਹੈ। ਤੇ ਇੰਜ ਆਖਿਆ ਜਾਂਦਾ ਹੈ ਕਿ ਇਹਨਾਂ ਨੇ ਪ੍ਰਾਪਤੀ ਕਰ ਲਈ ਉਸ ਮੰਜ਼ਿਲ ਦੀ ਜਿੱਥੋਂ ਤੱਕ ਯੋਗ ਲਿਜਾ ਸਕਦਾ ਹੈ। ਪਰ ਕਬੀਰ ਜੀ ਆਖਦੇ ਨੇ ਇਹਨਾਂ 84 ਸਿੱਧਾਂ ਵਿੱਚ ਵੀ ਇਹ ਦਵੈਤ ਤੇਰਾ ਬੋਲ ਬਾਲਾ ਸਾਫ਼ ਦਿਖਾਈ ਦਿੰਦਾ ਹੈ। ਦਵੈਤ ਕਰਦੀ ਕੀ ਹੈ? ਜਿਸ ਨਾਲ ਆਪਣਤ ਦੀ ਲਕੀਰ ਖਿੱਚ ਲੈਂਦੇ ਹਾਂ ਕਿ ਇਸ ਦਾਇਰੇ ਦੇ ਅੰਦਰ ਹੈ, ਇਹ ਮੇਰਾ ਹੈ, ਉਸ ਦੇ ਤਾਂ ਭਲੇ ਲਈ ਕੰਮ ਕਰਦੇ ਹਾਂ। ਮੋਹ ਦੀ ਦ੍ਰਿਸ਼ਟੀ ਕਾਰਨ ਉਹ ਸਾਨੂੰ ਚੰਗਾ ਵੀ ਜਾਪਦਾ ਹੈ। ਉਸ ਦੀਵਾਰ ਦੇ ਪਰਲੇ ਪਾਸੇ ਜੋ ਹੈ ਉਹ ਆਪਣਾ ਨਹੀਂ। ਉਹ ਤਰੱਕੀ ਵੱਲ ਵਧੇ ਸਾਨੂੰ ਤਕਲੀਫ ਹੁੰਦੀ ਹੈ। ਉਸ ਨੂੰ ਪਛਾੜਨਾ ਹੈ, ਉਸ ਤੋਂ ਅਗਾਂਹ ਲੰਘਣਾ ਹੈ, ਤੇ ਲੰਘਣਾ ਵੀ ਇੰਜ ਹੈ ਕਿ ਉਸ ਨੂੰ ਠਿੱਬੀ ਲਾ ਕੇ। ਇਹ ਦਵੈਤ ਹੈ। ਜਿੱਥੇ ਧਰਤੀ ਅਤੇ ਆਕਾਸ਼ ਇਹ ਦੋ ਸ਼ਬਦ ਭਗਤ ਕਬੀਰ ਜੀ ਨੇ ਵਰਤੇ, ਉਹ ਇੱਕ ਪਾਸਿਓਂ ਦੇਖੀਏ ਤਾਂ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਰਤ ਰਹੀ ਦਵੈਤ ਦਾ ਇਸ਼ਾਰਾ ਕਰਦੇ ਹਨ ਕਿ ਹਰ ਪਾਸੇ ਇਸ ਦਾ ਬੋਲਬਾਲਾ ਹੈ। ਲੇਕਿਨ ਅੰਦਰਲੇ ਭਾਵ ਵਿੱਚੋਂ ਜਿਸ ਵੇਲੇ ਦੇਖਦੇ ਹਾਂ, ਉਸ ਵੇਲੇ ਧਰਤੀ ਤੇ ਆਕਾਸ਼ ਨੂੰ ਇੱਕ ਹੋਰ ਪੱਖ ਤੋਂ ਵੀ ਦੇਖਣ ਤੇ ਸਮਝਣ ਦੀ ਜ਼ਰੂਰਤ ਹੈ। ਧਰਤੀ ਹੈ ਇਹ ਜ਼ਮੀਨ, ਆਕਾਸ਼ ਹੈ ਬੁਲੰਦੀ, ਉਚਾਈ। ਚਾਹੇ ਸੰਸਾਰ ਦੇ ਕਾਰੋਬਾਰ ਦੀ ਦੁਨੀਆ ਵੱਲ ਨਿਗਾਹ ਮਾਰ ਲਈਏ, ਉਹ ਬਿਜ਼ਨਸ ਹੈ, ਨੌਕਰੀ ਚਾਕਰੀ ਹੈ, ਖੇਤੀਬਾੜੀ ਹੈ, ਪੋਲੀਟਿਕਸ ਹੈ, ਦੁਨੀਆ ਦੇ ਜਿੰਨੇ ਧੰਦੇ ਹਨ, ਉਹਨਾਂ ਵਿੱਚ ਗ੍ਰਸੇ ਹੋਏ ਲੋਕ ਵੀ ਇੱਕ ਦੂਜੇ ਨਾਲ ਈਰਖਾ ਕਰਦੇ ਹਨ। ਦਵੈਤ ਹੈ, ਵਿਤਕਰੇ ਹਨ। ਕਿਸੇ ਲਈ ਚੰਗਾ ਕਰਨ ਵਾਸਤੇ ਮੇਰੇ ਪਰਿਵਾਰ ਦਾ ਭਲਾ ਹੋਵੇ, ਚੰਗਾ ਹੋਵੇ, ਦੂਜੇ ਦਾ ਬੁਰਾ ਵੀ ਕਰ ਦੇਵਾਂ, ਇਹ ਦਵੈਤ ਹੈ। ਲੇਕਿਨ ਪਦਾਰਥ ਦੀ ਦੁਨੀਆ ਵਿੱਚ ਲੱਗੇ ਹੋਏ ਲੋਕ ਹੀ ਅਜਿਹਾ ਕਰਦੇ। ਗੱਲ ਸਮਝ ਵਿੱਚ ਆਉਂਦੀ ਸੀ ਕਿ ਇੱਕ ਈਰਖਾ ਲੈ ਕੇ ਬੈਠਾ ਹੈ, ਮੇਰਾ ਘਰ ਛੋਟਾ ਹੈ, ਦੂਜੇ ਦਾ ਵੱਡਾ ਹੈ, ਕਿਉਂ? ਮੈਂ ਇਸ ਤੋਂ ਵੱਡਾ ਬਣਾਉਣਾ ਹੈ। ਰਹਿਣ ਦੀਆਂ ਜ਼ਰੂਰਤਾਂ ਕੀ ਨੇ, ਇਸ ਵੱਲ ਧਿਆਨ ਨਹੀਂ। ਧਿਆਨ ਇਸ ਪਾਸੇ ਹੈ ਕਿ ਇਸ ਦਾ ਮਕਾਨ ਮੇਰੇ ਨਾਲੋਂ ਵੱਡਾ ਹੈ ਤੇ ਮੈਂ ਇਸ ਨਾਲੋਂ ਵੱਡਾ ਬਣਾ ਕੇ ਦਿਖਾਉਣਾ। ਸੋਹਣਾ ਆਖਰ ਕਬਰ ਵਿੱਚ ਜਾ ਕੇ ਹੈ।
ਲੇਕਿਨ ਮਕਾਨ ਮੇਰਾ ਦੂਜੇ ਨਾਲੋਂ ਵੱਡਾ ਹੋਣਾ ਚਾਹੀਦਾ ਹੈ। ਜੋ ਗੱਡੀ ਦੂਜੇ ਦੇ ਪਾਸ ਹੈ ਉਸ ਨਾਲੋਂ ਮੈਂ ਵੱਡੀ ਗੱਡੀ ਰੱਖਣੀ ਹੈ। ਪਦਾਰਥ ਦੀ ਦੁਨੀਆ ਵਿੱਚ ਵਿਚਰਨ ਵਾਲੇ ਸਾਡੇ ਲੋਕਾਂ ਦੀ ਦ੍ਰਿਸ਼ਟੀ ਇੱਥੇ ਤੱਕ ਸੀਮਿਤ ਰਹਿ ਜਾਂਦੀ। ਲੇਕਿਨ ਇਹ ਗੱਲ ਕੇਵਲ ਪਦਾਰਥ ਦੀ ਦੁਨੀਆ ਤੱਕ ਸੀਮਿਤ ਹੁੰਦੀ ਤਾਂ ਵੀ ਸਮਝ ਵਿੱਚ ਆਉਂਦੀ ਸੀ ਕਿ ਇਸ ਮਨੁੱਖ ਦੇ ਪਾਸ ਉਹ ਸਮਝ ਨਹੀਂ ਜੋ ਅਧਿਆਤਮਵਾਦੀ ਪੁਰਸ਼ਾਂ ਦੇ ਪਾਸ ਹੈ। ਇਹ ਪਦਾਰਥ ਵਿੱਚ ਗਰਸਿਆ ਹੋਇਆ ਹੈ, ਇਸ ਲਈ ਇਸ ਨੂੰ ਦਿਖਾਈ ਕੁਝ ਦਿੰਦਾ ਨਹੀਂ, ਭਟਕ ਗਿਆ ਹੈ। ਲੇਕਿਨ ਜਿਸ ਆਕਾਸ਼ ਤੇ ਵਿਚਰਨ ਵਾਲੇ ਜੀਵਾਂ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ ਹੈ, ਉਹ ਧਾਰਮਿਕ ਦੁਨੀਆ ਦੇ ਲੋਕ ਨੇ, ਬੜੀ ਉਚਾਈ ਤੇ ਵਿਚਰਨ ਵਾਲੇ, ਜਿਨ੍ਹਾਂ ਦੀ ਗੱਲਬਾਤ ਸੁਣੋ ਤਾਂ ਆਦਮੀ ਆਖਦਾ ਇੰਨੀ ਉਚਾਈ, ਭੇਖ ਦੇਖੋ ਤਾਂ ਸਦਕੇ ਹੋਵੋ। ਲੇਕਿਨ ਜਿਸ ਵੇਲੇ ਤਿਨਾਂ ਦੀ ਅੰਦਰੂਨੀ ਬਿਰਤੀ ਵੱਲ ਨਜ਼ਰ ਮਾਰੋ, ਈਰਖਾ ਉਹੀ, ਦਵੈਤ ਉਹੀ। ਧਰਮ ਦੇ ਪਰਦੇ ਹੇਠ ਵੀ ਅਸੀਂ ਈਰਖਾ ਦੇ ਪਰੇ ਹੋਇਆ। ਇਹ ਮੇਰੇ ਮਜ਼ਹਬ ਦਾ ਹੈ, ਇਹ ਦੂਜੇ ਮਜ਼ਹਬ ਦਾ ਹੈ। ਅਗਰ ਤੁਸੀਂ ਇਮਾਨਦਾਰੀ ਨਾਲ ਹੋ ਰਹੇ ਪ੍ਰਚਾਰ ਨੂੰ ਦੇਖੋ ਤਾਂ ਇੱਕ ਮਜ਼ਹਬ ਦੇ ਲੋਕ ਦੂਜੇ ਨੂੰ ਖੰਡਨ ਕਰਨ ਤੇ ਜਿੰਨਾ ਜ਼ੋਰ ਲਗਾ ਰਹੇ ਨੇ, ਉਹਨਾਂ ਸੱਚ ਦੇ ਪ੍ਰਚਾਰ ਲਈ ਨਹੀਂ। ਕੁਝ ਫਿਰਕੇ ਤਾਂ ਬਿਲਕੁਲ ਸਾਰਾ ਜ਼ੋਰ ਹੀ ਇਸ ਗੱਲ ਤੇ ਦਿੰਦੇ ਨੇ ਕਿ ਬਾਕੀ ਸਾਰੀ ਦੁਨੀਆ ਹੀ ਗਲਤ ਹੈ, ਅਸੀਂ ਠੀਕ। ਸਾਧੂ ਅਖਵਾਉਣ ਵਾਲੇ, ਇਹ ਭੇਖੀਆਂ ਦੀ ਚਰਚਾ ਹੈ। 6 ਭੇਖਾਂ ਦੇ ਲੋਕ ਇਸ ਦਵੈਤ ਦੇ ਸਹਿਮ ਵਿੱਚ ਹਨ। ਹਰ ਵੇਲੇ ਦਵੈਤ ਦਾ ਪ੍ਰਭਾਵ ਹੈ। ਗ੍ਰਸਤੀ ਆਖਦਾ ਸੀ ਦੂਜੇ ਦਾ, ਮੇਰੇ ਸ਼ਰੀਕ ਦਾ ਘਰ ਮੇਰੇ ਨਾਲੋਂ ਵੱਡਾ ਕਿਉਂ। ਸਾਧ ਅਖਵਾਉਣ ਵਾਲਾ ਆਖਦਾ ਮੇਰਾ ਡੇਰਾ ਦੂਜੇ ਨਾਲੋਂ ਵੱਡਾ ਹੋਣਾ ਚਾਹੀਦਾ। ਜੇ ਇੱਕ ਦੇ ਪਾਸ ਸੁਣਨ ਵਾਸਤੇ ਵਖਿਆਨ 1000 ਆਦਮੀ ਆਉਂਦੇ ਨੇ ਤੇ ਉਹ ਯਤਨ ਕਰਦਾ ਹੈ ਆਪਣੇ ਚਮਚੇ ਛੱਡ ਕੇ ਮੈਨੂੰ ਸੁਣਨ ਲਈ 10,000 ਆਵਣ। ਕਾਰਨ ਕੀ ਹੈ? ਇੱਕ ਅੰਦਰ ਵਸੀ ਹੋਈ ਹਸਦ, ਈਰਖਾ, ਦਵੈਤ ਧਰਮ ਦੀ ਦੁਨੀਆ ਵਿੱਚ ਵੀ ਵਰਤ ਰਹੀ ਹੈ। ਇੱਕ ਦੂਜੇ ਦਾ ਉਹ ਖੰਡਨ ਕੀਤਾ ਜਾਂਦਾ ਹੈ ਬਿਨਾਂ ਮਤਲਬ ਤੋਂ, ਜਿਸ ਦਾ ਕੋਈ ਹਿਸਾਬ ਹੀ ਨਹੀਂ। ਲੇਕਿਨ ਧਰਮੀ ਪੁਰਸ਼ਾਂ ਦੀ ਨਿਸ਼ਾਨੀ ਇਹ ਨਹੀਂ ਹੁੰਦੀ। ਕੌਣ ਕਿਹਦੇ ਨਾਲ ਈਰਖਾ ਕਰੇ? ਦੂਜਾ ਹੈ ਕੌਣ? ਜਿਸ ਵੇਲੇ ਵੀ ਕੋਈ ਸਹੀ ਅਰਥਾਂ ਵਿੱਚ ਧਰਮ ਨੂੰ ਸਮਝਦਾ ਹੈ, ਉਸ ਦੇ ਅੰਦਰੋਂ ਇਹ ਦਵੈਤ ਮਿਟਦੀ ਹੈ। ਭੇਖ ਨਾਲ ਨਹੀਂ, ਗੱਲਬਾਤ ਨਾਲ ਨਹੀਂ। ਇਹ ਨਿਸ਼ਾਨੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸੀ ਹੈ ਕਿ ਜਿਸ ਮਨੁੱਖ ਦਾ ਚਿੱਤ ਉਸ ਨਿਰੰਕਾਰ ਦੇ ਚੇਤੇ ਨਾਲ ਭਰ ਗਿਆ ਹੈ, ਉਸ ਦੀ ਯਾਦ ਜਿਸ ਦੇ ਅੰਦਰ ਬਣ ਗਈ, ਉਸ ਦੇ ਅੰਦਰ ਕਦੀ ਕਿਸੇ ਵਾਸਤੇ ਵੀ ਦਵੈਤ ਈਰਖਾ ਨਹੀਂ ਹੋਵੇਗੀ। ਏਕਸ ਸਿਉ ਜਾ ਕਾ ਮਨ ਰਾਤਾ, ਵਿਸਰੀ ਤਿਸੈ ਪਰਾਈ ਤਾਤਾ। ਤੇ ਹਜ਼ੂਰ ਨੇ ਬਾਣੀ ਵਿੱਚ ਇਹ ਵੀ ਸਾਨੂੰ ਦਰਸਾਇਆ ਕਿ ਆਪਣੇ ਅੰਦਰ ਤਾਤ ਪਰਾਈ, ਪਰਾਇਆ, ਮੰਦਾ ਸੋਚਣ ਦੀ ਵਿਚਾਰ ਰੱਖਣ ਵਾਲਿਆ, ਦੂਜੀ ਗੱਲ ਵੀ ਚੇਤੇ ਰੱਖੀ। ਈਰਖਾ ਤਾਂ ਚੇਤੇ ਰੱਖ ਲਈਏ ਨਾ, ਇਸ ਦਾ ਨਤੀਜਾ ਕੀ ਹੁੰਦਾ ਹੈ ਇਹ ਵੀ ਭੁੱਲ ਨਾ ਜਾਈ ਕਿਧਰੇ।
ਜਿਸ ਦੇ ਅੰਦਰ ਤਾਤ ਪਰਾਈ ਹੋਵੈ ਤਿਸ ਕਾ ਕਦੇ ਨਾ ਹੋਵੀ ਭਲਾ। ਜਿਸ ਦੇ ਅੰਦਰ ਪਰਾਇਆ ਮੰਦਾ ਸੋਚਣ ਦਾ ਖਿਆਲ ਹੈ ਉਸ ਦਾ ਆਪਣਾ ਭਲਾ ਕਦੀ ਨਹੀਂ ਹੁੰਦਾ। ਇਹ ਹੈਰਾਨੀ ਨਹੀਂ ਤਾਂ ਹੋਰ ਕੀ ਹੈ ਕਿ ਆਕਾਸ਼ ਦੀ ਬੁਲੰਦੀਆਂ ਤੇ ਵਿਚਰਨ ਦਾ ਦਾਅਵਾ ਕਰਨ ਵਾਲੇ ਵੀ ਈਰਖਾ ਦੇ ਭਰੇ ਹੋਏ ਹੋਵਨ। ਹਾਂ, ਇਹ ਗੱਲ ਵੱਖਰੀ ਕਿ ਉਹਨਾਂ ਦਾ ਈਰਖਾ ਪ੍ਰਗਟ ਕਰਨ ਦਾ ਤਰੀਕਾ ਬੜਾ ਅਲੱਗ ਹੋਇਆ ਕਰਦਾ ਹੈ। ਆਮ ਮਨੁੱਖ ਸਿੱਧਾ ਲਾਠੀ ਲੈ ਕੇ ਲੜਦਾ ਹੈ, ਇਹ ਲਫ਼ਜ਼ਾਂ ਦੀ ਜੰਗ ਲੜਦੇ ਨੇ। ਇੱਕ ਲਾਠੀ ਲੈ ਕੇ ਲੜਦਾ, ਇੱਕ ਲਫ਼ਜ਼ ਲੈ ਕੇ ਲੜਦਾ। ਇਸ ਢੰਗ ਨਾਲ ਯੁੱਧ ਚੱਲ ਰਿਹਾ ਹੈ ਕਿ ਆਮ ਮਨੁੱਖ ਨੂੰ ਪਤਾ ਵੀ ਨਾ ਚੱਲੇ ਕਿ ਇਹ ਈਰਖਾ ਵਿੱਚ ਕੀਤਾ ਗਿਆ ਕੰਮ ਹੈ। ਬੜੀ ਪ੍ਰਸਿੱਧ ਸਾਖੀ ਆਪ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਸੁਣੀ ਹੋਵੇਗੀ। ਹੈਨ ਤਾਂ ਅਨੇਕ ਸਾਖੀਆਂ ਸਿੱਧ ਜਦੋਂ ਮਿਲਦੇ ਨੇ ਈਰਖਾ ਦੇ ਭਰੇ ਹੋਏ। ਇਹ ਵੀ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਾਬਲੀਅਤ ਕੀ ਹੈ, ਲੇਕਿਨ ਦਵੈਤ ਆਖ ਦੀਏ ਇਹ ਦੂਜੇ ਫਿਰਕੇ ਵਿੱਚ, ਸਾਡੇ ਫਿਰਕੇ ਵਿੱਚ ਕਿਉਂ ਨਹੀਂ? ਹਾਲਾਂਕਿ ਗੁਰੂ ਨਾਨਕ ਦਾ ਕੋਈ ਫਿਰਕਾ ਨਹੀਂ, ਪਰ ਸਿੱਧ ਸੋਚਦੇ ਹਨ ਜੇ ਇਸ ਨੂੰ ਕਿਧਰੇ ਜੋਗੀ ਪੰਥ ਵਿੱਚ ਲੈ ਆਂਦਾ ਜਾਏ ਤੇ ਸਾਡੀ ਬੜੀ ਪ੍ਰਸਿੱਧੀ ਹੋਵੇਗੀ। ਇਸ ਨੂੰ ਬਦਲੋ, ਹਮਰੇ ਪੰਥ ਕਰੇ ਉਜਿਆਲਾ, ਐਸਾ ਜੋਗੀ ਕਲੀ ਮਹਿ। ਇਸ ਕਲਯੁਗ ਵਿੱਚ ਵਿਚਰਦਿਆਂ ਸੰਸਾਰ ਦੇ ਅੰਦਰ ਸਾਡਾ ਪੰਥ ਰੋਸ਼ਨ ਕਰ ਦੇਵੇਗਾ ਜੇ ਇਸ ਨੂੰ ਅਸੀਂ ਕਿਸੇ ਤਰ੍ਹਾਂ ਜੋਗੀ ਬਣਾ ਲਈਏ। ਬਸ ਸਾਡੇ ਦਾਇਰੇ ਵਿੱਚ ਆ ਜਾਏ। ਜਿੰਨੀ ਦੇਰ ਦਾਇਰੇ ਵਿੱਚ ਨਹੀਂ ਈਰਖਾ ਹੈ, ਥਾਂ ਥਾਂ ਈਰਖਾ ਪ੍ਰਗਟ ਕਰਦੇ ਨੇ। ਇਹ ਕਰਾਮਾਤੀ ਸ਼ਕਤੀਆਂ ਵਾਲੇ ਉਸ ਢੰਗ ਨਾਲ ਕਰਦੇ ਨੇ। ਜੁਗਤ ਆਪਣੀ ਆਪਣੀ ਹੈ, ਪਰ ਜਿਸ ਸਾਖੀ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ ਹਾਂ ਉਸ ਵਿੱਚ ਸਾਫ਼ ਰੂਪ ਅੰਦਰ ਕੋਈ ਦਵੈਤ, ਈਰਖਾ, ਹਸਦ ਦਿਖਾਈ ਨਹੀਂ ਦਿੰਦੀ। ਕੋਈ ਵੀ ਮਨੁੱਖ ਧੋਖਾ ਖਾ ਜਾਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਭ੍ਰਮਣ ਕਰਦੇ ਕਰਦੇ ਮੁਲਤਾਨ ਦੀ ਯਾਤਰਾ ਵੱਲ ਨਿਕਲ ਗਏ। ਮੁਲਤਾਨ ਨਗਰੀ ਨੂੰ ਇਹ ਮਾਣ ਪ੍ਰਾਪਤ ਸੀ ਕਿ ਇਹ ਪੀਰਾਂ ਦੀ ਨਗਰੀ ਹੈ। ਮੁਰੀਦ ਘੱਟ ਤੇ ਪੀਰ ਵਧੇਰੇ। ਇਹ ਵੀ ਇੱਕ ਅਜੀਬ ਦੁਨੀਆ ਹੈ। ਕੋਈ ਅਸਥਾਨ ਪ੍ਰਸਿੱਧ ਹੋ ਜਾਏ ਧਰਮ ਦੇ ਖੇਤਰ ਵਿੱਚ, ਪਾਖੰਡੀ ਵੀ ਉੱਥੇ ਹੀ ਡੇਰਾ ਲਾਉਂਦੇ ਨੇ। ਉਸ ਦਾ ਖਾਸ ਅਰਥ ਹੈ ਕਿ ਇੱਥੇ ਸ਼ਰਧਾਵਾਨਾ ਆਉਣਾ, ਜਿਸ ਦੇ ਨਾਮ ਲਈ ਆਉਣਾ ਉਹਦੇ ਪਰਦੇ ਵਿੱਚ ਸਾਡੀ ਦੁਕਾਨਦਾਰੀ ਚੱਲੇਗੀ। ਕੋਈ ਮੁਲਤਾਨ ਅੰਦਰ ਚੰਗੇ ਫਕੀਰ ਹੋਏ ਹੋਣਗੇ ਕਦੀ ਕਿ ਨਕਲੀ ਵੀ ਬੈਠ ਗਏ। ਪਾਖੰਡੀ ਨੂੰ ਆਸਾਨ ਹੁੰਦਾ ਕਿ ਉਹ ਧਰਮ ਸਥਾਨ ਦੇ ਨੇੜੇ ਰਹੇ ਤਾਂ ਕਿ ਸ਼ਰਧਾਵਾਨ ਲੋਕਾਂ ਨੂੰ ਆਸਾਨੀ ਨਾਲ ਆਪਣੇ ਵੱਲ ਪ੍ਰੇਰ ਲਵੇ। ਮੁਲਤਾਨ ਨਗਰੀ ਹੀ ਪੀਰਾਂ ਦੀ ਬਣ ਗਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਭ ਖਬਰਾਂ ਸਨ। ਦੂਜੇ ਪਾਸੇ ਇਹਨਾਂ ਪੀਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਬਾਰੇ ਖਬਰਾਂ ਸਨ। ਸਤਿਗੁਰੂ ਗਏ। ਮੁਲਤਾਨ ਦੇ ਬਾਹਰਵਾਰ
डेरा कर लिया, बैठ गए। ते बाबे दा सुभाਅ जिथे बैठना उत्थे कीर्तन करना। छेड़ मर्दाने रबाब, बाणी आई है, कीर्तन शुरू हो गया। आउंदा जांदा राहगीर भी सुन के मोहित होया। बहुत लोगों ने गुरु नानक साहब का नाम सुन रखिया सी, ओही सुगंध प्रतीत कीती, पर यह खबर मुल्तान दे एक एक पीर पास भी जंगल दी अग वांगू फैल गई। पलों विच ये सारे पीर एक दूजे दे मित्र नहीं सन, बल्कि अंदर खाते एक दूजे दी विरोधता करते सन कि दूजा कमजोर पवे ते मेरे मुरीद वधन। दुकान जो बन गई। जद धर्म दुकान बनता है तो बड़ा खतरनाक रूप अख्तियार कर जाता है। लेकिन गुरु नानक का आगमन सुन के अपनी ईर्खा तो भुलनी शुरू हो गई, क्योंकि सिफत सुन रखी है। सिद्ध वाह जहान दी ला थके हन, गुरु नानक नूं चुका नहीं सके, बल्कि खुद चुकना पिया है। कोई करामाती शक्ति कम नहीं आई। खबरां मिलदियां रहिंदियां सन, किधरे ऐसा ना होवे साडी दुकानदारी चौपट हो जाए। आपस विच मुखी पीर इकट्ठे होए, बड़ी एमरजेंसी मीटिंग जिवें कीती गई होवे। एमरजेंसी मीटिंग मैं इसलिए आख रहा कि सतगुरु अजे नगर विच प्रवेश नहीं करते, बाहर वार बैठे कीर्तन कर रहे हैं कि उस दिन मुल्तान दे पीर मुरीदां हथ दुध दा कटोरा दे के भेज दिंदे ने। कितनी जल्दी विच ये एकत्रता हुई होवेगी। सारियां ने सोचा इशारे नाल बाबे नानक नूं समझा दिओ कि इत्थे तां पहले ही पीरां दी कोई कमी नहीं, तुसी किधरे होर चले जाओ। ये तां नगरी पीरां नाल पहले ही भरी पई है दवैत अंदर कि लोग गुरु नानक वाल झुक गए, साडा की बनेगा। इस नूं नगरी तो बाहरों ही तोड़ दिओ। देखण वालियां नूं इंज प्रतीत होवे कि असीं शहर विच पहुंचण तो पहलां ही देखो सेवा लई दुध दा कटोरा भेजिया है, सानू खुशी है। लेकिन ये हैरानी दी गल नहीं कि दो साधु भी इकट्ठे ना बैठ सकन। अंदर ईर्खा है कि ये नगरी बाहरों ही चले जावन, अंदर आवन ही ना। मुरीद लैके कटोरा दुध दा पहुंचे। मर्दाने आख्या, बाबा सुनिया सी पीरां दी नगरी है, पर देख भी लिया, जैसा सुनिया वैसा पाया। सब आखन लगे, मर्दानिया तेरा भाव। भाई मर्दाना जी ने कहा, सतगुरु भाव स्पष्ट है, अजे आपां इस पीरां दी नगरी विच प्रवेश भी नहीं किया, बाहर ही बैठे हैं। लेकिन कीर्तन दीयां खबरां तिन्हां तक पहुंच गईयां। देखो अपने मुरीदां नूं किन्ने प्यार नाल दुध दा कटोरा भर के दे के साडे वल भेजिया, स्वागत कर रहे हैं, किवें निमरता नाल लैके हाज़र होए ने। इन्ना आदर, ये वाकई धार्मिक लोग ने। बाबे आख्या, मर्दानिया ये गल बाद विच करदे आ, पहले इन्हां दे प्रश्न दा उत्तर दे देवीए। प्रश्न तां बाबा इन्हां कीता ही कोई नहीं। सतगुरु कहन लगे, तू सुनिया नहीं,
ਬੜਾ ਗੁਪਤ ਰੂਪ ਵਿੱਚ ਪ੍ਰਸ਼ਨ ਕੀਤਾ ਹੈ। ਇਹ ਦੁੱਧ ਦਾ ਕਟੋਰਾ ਇੱਕ ਪ੍ਰਸ਼ਨ ਹੀ ਲੈ ਕੇ ਆਇਆ ਹੈ। ਬਾਬਾ ਆਪ ਦੀਆਂ ਰਮਜ਼ਾਂ ਆਪ ਜਾਣੋ, ਮੇਰੀ ਤਾਂ ਸਮਝ ਵਿੱਚ ਕੋਈ ਗੱਲ ਆਉਂਦੀ ਨਹੀਂ। ਬਾਬੇ ਨੇ ਪਾਸੋਂ ਹੀ ਇੱਕ ਚਮੇਲੀ ਦਾ ਫੁੱਲ ਲੈ ਕੇ ਇਸ ਕਟੋਰੇ ਵਿੱਚ ਰੱਖ ਦਿੱਤਾ ਔਰ ਕਟੋਰਾ ਵਾਪਸ ਕਰ ਦਿੱਤਾ। ਦੁੱਧ ਛਕਿਆ ਨਹੀਂ, ਰੱਖਿਆ ਨਹੀਂ, ਦੇਰ ਨਹੀਂ ਲਗਾਈ। ਭਾਈ ਮਰਦਾਨਾ ਜੀ ਇਹ ਸਭ ਕੁਝ ਦੇਖ ਰਹੇ ਹਨ। ਜੋ ਮੁਰੀਦ ਲੈ ਕੇ ਆਏ ਸਨ ਉਹਨਾਂ ਫਿਰ ਨਮਸਕਾਰ ਕੀਤੀ, ਦੁੱਧ ਦਾ ਕਟੋਰਾ ਵਾਪਸ ਲਿਆ। ਬਾਬੇ ਆਖਿਆ ਇਹ ਆਪਣੇ ਪੀਰਾਂ ਨੂੰ ਜਾ ਕੇ ਦੇ ਦੇਣਾ। ਉਹ ਵਾਪਸ ਲੈ ਕੇ ਚਲੇ ਗਏ ਕਿ ਕੋਈ ਰਮਜ਼ ਦੀ ਬਾਤ ਹੋਵੇਗੀ। ਮੁਰੀਦਾਂ ਨੂੰ ਵੀ ਅਸਲੀਅਤ ਦਾ ਪਤਾ ਨਹੀਂ। ਬਹੁਤ ਪਰਦੇ ਪੀਰ ਮੁਰੀਦਾਂ ਪਾਸੋਂ ਰੱਖਦੇ ਨੇ। ਅਸਲੀਅਤ ਪ੍ਰਗਟ ਹੋ ਜਾਏ ਤਾਂ ਇਹ ਸਾਡੇ ਪਿੱਛੇ ਨਹੀਂ ਚੱਲਣਗੇ। ਬਾਬੇ ਨੇ ਕਟੋਰਾ ਵਾਪਸ ਕਰ ਦਿੱਤਾ। ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ। ਉਹ ਚਮੇਲੀ ਦਾ ਫੁੱਲ ਦੁੱਧ ਦੇ ਕਟੋਰੇ ਉੱਪਰ ਤੈਰ ਗਿਆ। ਵਾਪਸ ਲੈ ਕੇ ਮੁਰੀਦ ਚਲੇ ਗਏ। ਮਰਦਾਨ ਨੇ ਪੁੱਛਿਆ, ਬਾਬਾ ਨਾ ਮੈਂ ਪ੍ਰਸ਼ਨ ਸੁਣਿਆ ਤੇ ਨਾ ਉੱਤਰ ਦੀ ਸਮਝ ਪਈ, ਪਰ ਇਹ ਕੌਤਕ ਕੀ ਸੀ? ਸਤਿਗੁਰੂ ਜੀ ਨੇ ਦਰਸਾਇਆ ਇਹ ਪੀਰ ਸਦਵਾਉਣ ਵਾਲੇ ਵੀ ਦਵੈਤ ਦੇ ਭਰੇ ਪਏ ਨੇ। ਅਸੀਂ ਆਏ ਹਾਂ, ਇਹ ਖਤਰਾ ਮਹਿਸੂਸ ਕਰਦੇ ਨੇ ਕਿ ਅਸੀਂ ਇੱਕ ਅਕਾਲ ਪੁਰਖ ਦਾ ਪ੍ਰਚਾਰ ਕਰਨਾ ਹੈ, ਇਹਨਾਂ ਕਬਰਾਂ ਨੂੰ ਵੀ ਮੱਥੇ ਟਿਕਾਉਣੇ ਨੇ। ਦੁਕਾਨਦਾਰੀ ਨੂੰ ਫਰਕ ਪੈਂਦਾ ਹੈ। ਇਹਨਾਂ ਨੇ ਧਰਮ ਇੱਕ ਦੁਕਾਨਦਾਰੀ ਬਣਾ ਲਈ ਹੈ ਤੇ ਦੁੱਧ ਦਾ ਕਟੋਰਾ ਭਰ ਕੇ ਨੱਕਾ ਨੱਕ ਇਸ ਢੰਗ ਨਾਲ ਭੇਜਿਆ। ਇਹ ਖਬਰ ਭੇਜੀ ਸੀ ਕਿ ਸ਼ਹਿਰ ਤੇ ਪਹਿਲਾਂ ਹੀ ਪੀਰਾਂ ਨਾਲ ਭਰਿਆ ਪਿਆ ਹੈ, ਕਿਤੇ ਹੋਰ ਚਲੇ ਜਾਓ। ਇਹ ਸਵਾਗਤ ਨਹੀਂ, ਵਾਪਸ ਪਰਤਾਉਣ ਦੀ ਤਰਕੀਬ ਸੀ ਇੱਕ। ਤੇ ਅਸਾਂ ਖਬਰ ਭੇਜ ਦਿੱਤੀ ਹੈ, ਬਾਬਾ ਤੁਸਾਂ ਚਮੇਲੀ ਦਾ ਫੁੱਲ ਰੱਖਿਆ, ਇਹ ਕੀ ਖਬਰ? ਮਰਦਾਨ ਨੇ ਪੁੱਛਿਆ। ਸਾਹਿਬ ਆਖਣ ਲੱਗੇ, ਖਬਰ ਇਹ ਕਿ ਦੇਖੋ ਇਸ ਭਰੇ ਹੋਏ ਕਟੋਰੇ ਉੱਪਰ ਚਮੇਲੀ ਦਾ ਫੁੱਲ ਤੈਰ ਗਿਆ ਹੈ। ਉਸਨੇ ਕਿਸੇ ਦੀ ਜਗ੍ਹਾ ਖੋਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਮੇਰੀ ਜ਼ਿੰਦਗੀ ਦਾ ਮਕਸਦ ਕਿਸੇ ਦੀ ਜਗ੍ਹਾ ਖੋਣਾ ਨਹੀਂ, ਪਰ ਆਪਣੀ ਜਗ੍ਹਾ ਇੰਜ ਹੈ ਕਿ ਤੈਰ ਗਿਆ ਹਾਂ ਸੰਸਾਰ ਤੇ ਨਿਰਲੇ ਉੱਪਰ ਤੈਰ ਰਿਹਾ। ਇਹੀ ਜਗ੍ਹਾ ਹੈ। ਮੈਂ ਕਿਸੇ ਦੀ ਜਗ੍ਹਾ ਖੋਣ ਲਈ ਆਇਆ ਨਹੀਂ। ਬੜੀ ਜੁਗਤ ਨਾਲ ਆਪਣੀ ਦਵੈਤ ਨੂੰ ਪ੍ਰਗਟ ਕਰਦੇ ਹਨ, ਪਰ ਦਵੈਤ ਅੰਦਰ ਹੈ। ਜੇ ਨਹੀਂ ਤਾਂ ਸਾਈਂ ਮੀਆਂ ਮੀਰ ਦੇ ਅੰਦਰ ਕੋਈ ਦਵੈਤ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਕੋਈ ਦਵੈਤ ਨਹੀਂ। ਦੋਨੋਂ ਇੱਕ ਦੂਜੇ ਦਾ ਸਨਮਾਨ ਕਰਦੇ ਨੇ। ਦੋਨੋਂ ਇੱਕ ਪ੍ਰਮਾਤਮਾ ਦੇ ਪ੍ਰਚਾਰ ਤੇ ਜ਼ੋਰ ਦਿੰਦੇ ਹਨ। ਲੇਕਿਨ ਕੇਵਲ ਭੇਖ ਵਿੱਚ ਫਸੇ ਹੋਏ ਲੋਕ, ਆਕਾਸ਼ ਦੀਆਂ ਬੁਲੰਦੀਆਂ ਦੀਆਂ ਗੱਲਾਂ ਕਰਨ ਵਾਲੇ ਵੀ, ਆਪਣੇ ਆਪ ਨੂੰ ਧਾਰਮਿਕ ਤੌਰ ਤੇ ਬਹੁਤ ਉੱਚਾ ਸੁੱਚਾ ਸਮਝਣ ਵਾਲੇ ਲੋਕ ਵੀ, ਤੇ ਇਸ ਜ਼ਮੀਨ ਦੇ ਪਦਾਰਥਾਂ ਦੀ ਦੁਨੀਆ ਵਿੱਚ ਵਿਚਰਨ ਵਾਲੇ ਲੋਕ ਵੀ ਇਹ ਦਵੈਤ ਵਿੱਚ ਫਸੇ ਹੋਏ ਆਮ ਦਿਖਾਈ ਦਿੰਦੇ ਨੇ। ਕੇਵਲ ਵੇਖਣ ਵਾਲੀ ਅੱਖ ਚਾਹੀਦੀ ਹੈ। ਕਬੀਰ ਜੀ ਕਹਿੰਦੇ ਹਨ, ਇਹ ਦਵੈਤ ਤੂੰ ਬੜੀ ਤਾਕਤਵਰ ਹੈ, ਤੈਨੂੰ ਆਸਾਨੀ ਨਾਲ ਮੁਕਾਇਆ ਨਹੀਂ ਜਾ ਸਕਦਾ। ਬੜਾ ਕਠਿਨ ਮਾਮਲਾ, ਲੇਕਿਨ ਇਸ ਨੂੰ ਮੁਕਾਉਣਾ ਹੈ ਬੜਾ ਜ਼ਰੂਰੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਇਹ ਆਪਣਾ ਹੀ ਨੁਕਸਾਨ ਕਰਦੀ ਹੈ। ਪੰਚਮ ਪਾਤਸ਼ਾਹ ਜੀ ਨੇ ਬਚਨ ਕਹੇ ਹਨ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਤੇ ਜਿਨ੍ਹਾਂ ਨੇ ਸਹੀ ਅਰਥਾਂ ਵਿੱਚ ਸਤ ਸੰਗਤ ਕੀਤੀ ਹੈ,
ਉਹਨਾਂ ਅੰਦਰ ਦਵੈਤ ਬਚ ਵੀ ਨਹੀਂ ਸਕਦੀ। ਇੰਜ ਹੀ ਹੈ ਜਿਵੇਂ ਚਾਨਣ ਹੋ ਜਾਏ ਤੇ ਹਨੇਰਾ ਨਾ ਬਚੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਿਸ ਨਾਲ ਈਰਖਾ ਕਰਨੀ ਹੈ? ਭਗਤ ਜਾਣਦਾ ਹੈ ਮੇਰੇ ਅੰਦਰ ਵੀ ਜੋਤ ਉਹੀ, ਦੂਜੇ ਅੰਦਰ ਵੀ ਉਹੀ। ਸ੍ਰਿਸ਼ਟੀ ਦੇ ਕਣ ਕਣ ਵਿੱਚ ਆਪ ਹੀ ਧਰਮਿਆ ਹੋਇਆ ਹੈ। ਉਸ ਦਾ ਪੈਗਾਮ ਸ੍ਰਿਸ਼ਟੀ ਦਾ ਕਣ ਕਣ ਦਿੰਦਾ ਹੈ। ਜੇ ਮੈਂ ਆਖਾਂ ਸ੍ਰਿਸ਼ਟੀ ਦਾ ਹਰ ਜ਼ਰਰਾ ਪੈਗੰਬਰ ਹੈ ਤਾਂ ਇਹ ਕੋਈ ਅਤਕਥਨੀ ਨਹੀਂ। ਬੋਲਾ ਪੈਗਾਮ ਨਾ ਸੁਣੇ ਤੇ ਆਖੇ ਪੈਗਾਮ ਦੇਣ ਵਾਲਾ ਹੀ ਕੋਈ ਨਹੀਂ, ਤਾਂ ਕਮਜ਼ੋਰੀ ਉਸ ਦੀ ਹੈ, ਬਿਮਾਰੀ ਉਸ ਦੀ ਹੈ। ਅਸੀਂ ਤਾਂ ਪੈਗੰਬਰਾਂ ਦੀਆਂ ਵੀ ਗਿਣਤੀਆਂ ਰੱਖਣ ਲੱਗ ਪਏ। ਕੋਈ ਆਖਦਾ 24 ਤੋਂ ਵੱਧ ਨਹੀਂ, ਕੋਈ ਆਖਦਾ ਅਗਾਂਹ ਹੋ ਨਹੀਂ ਸਕਦਾ, ਕੋਈ ਕੁਝ। ਸੱਚਮੁੱਚ ਧਿਆਨ ਲਗਾ ਕੇ ਕਦੀ ਦੇਖੋ, ਤੁਸੀਂ ਬਗੀਚੇ ਵਿੱਚ ਹੀ ਬੈਠ ਜਾਓ, ਪੌਦਿਆਂ ਨੂੰ ਗੌਰ ਨਾਲ ਦੇਖਣਾ ਸ਼ੁਰੂ ਕਰੋ। ਰੱਬੀ ਪੈਗਾਮ ਉੱਥੋਂ ਵੀ ਮਿਲ ਰਿਹਾ ਹੈ। ਪੈਗਾਮ ਕੀ ਹੈ? ਸੁਨੇਹਾ ਕਿ ਮਿੱਟੀ ਵਿੱਚੋਂ ਪੈਦਾ ਹੋਣ ਵਾਲਾ ਬੂਟਾ ਵੀ ਜੇ ਸੁੰਦਰ ਖੁਸ਼ਬੂ ਭਰੇ ਫੁੱਲ ਖਿੰਡਾ ਸਕਦਾ, ਤੂੰ ਇਨਸਾਨ ਅਖਵਾਉਣ ਵਾਲਿਆ ਆਪਣੇ ਵੱਲ ਝਾਤ ਮਾਰੇ। ਪੈਗਾਮ ਨਹੀਂ ਤਾਂ ਹੋਰ ਕੀ ਹੈ? ਪੈਗਾਮ ਸੁਣਨ ਵਾਲਾ ਬਣ। ਤੇਰੇ ਅੰਦਰੋਂ ਵੀ ਪ੍ਰਮਾਤਮਾ ਦਾ ਪੈਗਾਮ ਆਉਂਦਾ ਹੈ। ਕਦੀ ਆਪਣੇ ਅੰਦਰਲੀ ਆਵਾਜ਼ ਤੂੰ ਸੁਣਦਾ ਨਹੀਂ। ਅਗਰ ਸੁਣੇ ਤਾਂ ਉਹ ਪੈਗੰਬਰਾਂ ਦਾ ਪੈਗੰਬਰ ਤੇਰੇ ਅੰਦਰ ਬੈਠਾ ਹੈ। ਇਹ ਫਿਰ ਇੱਕ ਸਟੇਜ ਉਹ ਵੀ ਆਏਗੀ, ਪੈਗਾਮ ਦੇਣ ਵਾਲਾ ਵੀ ਆਪ ਤੇ ਪੈਗਾਮ ਸੁਣਨ ਵਾਲਾ ਵੀ ਆਪ। ਅਸਲੀ ਰਸ ਤੇ ਪਹੁੰਚ ਕੇ ਉਸ ਨਾਲ ਅਭੇਦਤਾ ਬਣ ਜਾਂਦੀ ਹੈ। ਉਸ ਤੋਂ ਉਰੇ ਇਹ ਦਵੈਤ ਦੀ ਭਰੀ ਪਈ ਦੁਨੀਆ ਹੈ। ਭਾਵੇਂ ਪ੍ਰਿਥਵੀ ਦੇ ਲੈਵਲ ਦੀ ਗੱਲ ਕਰੋ, ਭਾਵੇਂ ਆਕਾਸ਼ ਦੀਆਂ ਬੁਲੰਦੀਆਂ ਦੀ ਚਰਚਾ ਕਰੋ, ਇਹ ਭੇਖਾਂ ਵਿੱਚ ਵਿਚਰਨ ਵਾਲੇ ਲੋਕ ਆਕਾਸ਼ ਦੀ ਬੁਲੰਦੀ ਦੀ ਖਬਰ ਦੇਣ ਵਾਲੇ ਸਨ। ਲੇਕਿਨ ਦਵੈਤ ਤਿਨਾਂ ਦੇ ਅੰਦਰ ਵੀ। ਦਵੈਤ ਹਮੇਸ਼ਾ ਹੀ ਨੁਕਸਾਨ ਕਰਦੀ ਹੈ। ਪਰ ਸੁੱਖ ਪਿਖ ਦੂਜੇ ਦਾ ਸੁੱਖ ਦੇਖ ਕੇ ਤਪ ਤੋ ਉਰ ਮਾਹੀ, ਪਾਪ ਬੇਅਰਥ ਹੋਤ ਸਿਰ ਤਾਹੀ। ਜਿਹੜਾ ਦੂਜੇ ਦਾ ਸੁੱਖ ਦੇਖ ਕੇ ਜਲਦਾ ਹੈ, ਦਵੈਖ ਰੱਖਣ ਵਾਲਾ ਹੈ, ਬੇਅਰਥ ਪਾਪ ਆਪਣੇ ਸਿਰ ਤੇ ਲੈਂਦਾ ਹੈ। ਇੱਕ ਧੋਰੇ ਦਾ ਤਪ ਹੈ, ਦੁੱਖ ਪਾਵੇ, ਪਿਖੋ ਭਲੇ ਕੁਛ ਹੱਥ ਨਾ ਆਵੇ। ਹੱਥ ਵੀ ਕੁਝ ਨਹੀਂ ਆਉਂਦਾ। ਭਾਈ ਸੰਤੋਖ ਸਿੰਘ ਜੀ ਤਾਂ ਕਹਿੰਦੇ ਹਨ, ਪੁਨ ਪਰਮੇਸ਼ਰ ਕੋਪ ਕਰੰਤਾ, ਮੋਹੇ ਦਿਓ ਪਿਖ ਇਹ ਜਰੰਤਾ। ਦੂਜਾ ਰੱਬ ਦੀ ਕਰੋਪੀ ਦਾ ਵੀ ਇਹ ਮਨੁੱਖ ਪਾਤਰ ਬਣਦਾ ਹੈ, ਜਿਹੜਾ ਦੂਜੇ ਨਾਲ ਵੇਖ ਕੇ ਈਰਖਾ ਕਰਦਾ ਹੈ, ਦਵੈਖ ਕਰਦਾ ਹੈ ਕਿ ਇਸ ਨੂੰ ਕਿਉਂ ਇਤਨਾ ਪ੍ਰਾਪਤ ਹੈ, ਮੈਨੂੰ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਰੱਬ ਦੇਖ ਕੇ ਸੋਚਦਾ ਹੋਵੇਗਾ, ਦਿੱਤਾ ਮੈਂ ਹੈ, ਸੜ ਇਹ ਰਿਹਾ, ਇਹ ਮੇਰੀ ਰਜ਼ਾ ਵਿੱਚ ਦਖਲ ਅੰਦਾਜ਼ੀ ਕਰਨ ਵਾਲਾ ਕੌਣ ਹੈ? ਮੇਰਾ ਸ਼ਰੀਕ ਪੈਦਾ ਹੋ ਗਿਆ। ਮਤਲਬ ਉਹਨਾਂ ਦਾ ਇੱਕ ਹੈ ਕਿ ਈਰਖਾ ਵਿੱਚੋਂ ਕਿਸੇ ਨੇ ਕਦੀ ਕੁਝ ਖੱਟਿਆ ਨਹੀਂ। ਇਹ ਦਵੈਤ ਦੁਨੀਆ ਵਿੱਚ ਵੰਡਾਂ ਪਾਉਂਦੀ ਹੈ, ਝਗੜੇ ਖੜੇ ਕਰਦੀ ਹੈ, ਦੁਨੀਆ ਨੂੰ ਨਰਕ ਬਣਾਉਂਦੀ ਹੈ। ਤੇ ਆਮ ਪਦਾਰਥਵਾਦੀ ਹੀ ਨਹੀਂ, ਪਰਮਾਤਮਾ ਦੇ ਪਰਦੇ ਹੇਠ ਵੀ ਲੋਕ ਈਰਖਾ ਵਿੱਚ ਪਏ ਹੋਏ ਦਿਖਾਈ ਦਿੰਦੇ ਨੇ। ਕਬੀਰ ਜੀ ਨੇ 202 ਨੰਬਰ ਸ਼ਲੋਕ ਵਿੱਚ ਇਸ ਦੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਕਿ ਐ ਦਵੈਤ ਤੂੰ ਬੜੀ ਤਾਕਤਵਰ ਹੈ।
ਤੈਨੂੰ ਆਸਾਨੀ ਨਾਲ ਮੁਕਾਇਆ ਨਹੀਂ ਜਾ ਸਕਦਾ। ਕਬੀਰ ਧਰਤੀ ਅਰ ਆਕਾਸ਼ ਮਹਿ ਦੋਏ ਤੂੰ ਬਰੀ ਅਬਦ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਸਾਧਨਾ ਚ ਪੁੱਗੇ ਹੋਏ ਸਦਵਾਉਣ ਵਾਲੇ ਵੀ, 6 ਭੇਖਾਂ ਦੇ ਧਾਰਮਿਕ ਲੋਕ ਵੀ, ਉਹ ਵੀ ਸਹਿਮੇ ਪਏ ਹਨ। ਤੇਰਾ ਪ੍ਰਭਾਵ ਉਹਨਾਂ ਉੱਪਰ ਵੀ ਪੈ ਜਾਂਦਾ ਹੈ। ਫਿਰ ਇਸ ਨੂੰ ਮਿਟਾਇਆ ਕਿਵੇਂ ਜਾਏ? ਇਹ ਤਾਂ ਇੱਕ ਰੋਗ ਹੈ। ਪੂਰਾ ਵੈਦ ਉਹ ਹੁੰਦਾ ਹੈ ਜਿਹੜਾ ਬਿਮਾਰੀ ਵੀ ਲੱਭੇ, ਇਲਾਜ ਵੀ ਕਰੇ। ਰੋਗ ਦਾਰੂ ਦੋਵੇਂ ਬੁੱਝੈ, ਤਾਂ ਵੈਦ ਸੁਜਾਨ। ਕਬੀਰ ਜੀ ਕਾਬਲ ਵੈਦ ਨੇ। ਰੋਗ ਦੱਸ ਦਿੱਤਾ ਦਵੈਤ ਦਾ, ਮਿਟਾਉਣ ਦੀ ਜੁਗਤ ਵੀ ਦੱਸ ਦਿੱਤੀ। ਕਹਿਣ ਲੱਗੇ, ਪਹਿਲਾਂ ਮੈਂ ਆਪਣੇ ਜੀਵਨ ਦੇ ਸੰਬੰਧ ਵਿੱਚ ਜੋ ਵਰਤਿਆ ਉਹ ਦੱਸਣਾ ਚਾਹੁੰਦਾ, ਜੋ ਪ੍ਰਯੋਗ ਮੈਂ ਕੀਤਾ ਹੈ। ਤੁਸੀਂ ਵੀ ਕਰ ਲਓ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਵੰਡੀਆਂ ਕਿਉਂ ਨੇ? ਮੇਰੇ ਤੇ ਤੇਰੇ ਦੀ ਭਾਵਨਾ ਨਾਲ। ਹਾਲਾਂਕਿ ਜੋ ਕੁਝ ਹੈ ਇਹ ਸਾਰੇ ਦਾ ਸਾਰਾ ਪਸਾਰਾ ਪਰਮਾਤਮਾ ਦਾ ਹੈ, ਨਾ ਮੇਰਾ ਹੈ ਨਾ ਤੇਰਾ ਹੈ। ਦੋਨੋਂ ਹੀ ਭੁਲੇਖੇ ਨੇ। ਲੇਕਿਨ ਇਹ ਮੇਰੀ ਤੇਰੀ ਦੀ ਭਾਵਨਾ ਵਿੱਚ ਅਸੀਂ ਇੰਨੀਆਂ ਝੰਜਟਾਂ ਖੜੀਆਂ ਕਰ ਲੈਂਦੇ ਹਾਂ ਜਿਨ੍ਹਾਂ ਦਾ ਕੋਈ ਹਿਸਾਬ ਹੀ ਨਹੀਂ। ਕਬੀਰ ਜੀ ਕਹਿੰਦੇ ਨੇ, ਇਹ ਹੈ ਨੁਕਤਾ ਇਸ ਦਵੈਤ ਨੂੰ ਮਿਟਾਉਣ ਦਾ। ਪਹਿਲਾਂ ਚੰਗੀ ਤਰ੍ਹਾਂ ਜਾਣ, ਪਹਿਚਾਣ, ਸਮਝ ਕਿ ਮੇਰਾ ਮੇਰੇ ਅੰਦਰ ਹੈ ਕੀ। ਜੇ ਆਖਾਂ ਇਹ ਤਨ ਮੇਰਾ ਹੈ ਤੇ ਫਿਰ ਗੌਰ ਕਰਕੇ ਦੇਖਾਂ ਇਹ ਤਨ ਕਦੀ ਕਿਸੇ ਦਾ ਬਣਿਆ ਹੈ? ਕਦੀ ਕਿਸੇ ਇੱਕ ਦਾ ਵੀ ਬਣਿਆ ਹੋਵੇ? ਸਰਾਂ ਵਿੱਚ ਮੁਸਾਫਰ ਠਹਿਰਿਆ ਹੈ ਕੁਝ ਸਮੇਂ ਲਈ, ਇੱਕ ਦਿਨ ਇਸ ਸਰਾਂ ਨੂੰ ਛੱਡ ਕੇ ਚਲਾ ਜਾਏਗਾ। ਸਰਾਂ ਰਹਿ ਜਾਏਗੀ, ਮੁਸਾਫਰ ਤੁਰ ਜਾਏਗਾ। ਲੇਕਿਨ ਸਰਾਂ ਬੁਰੀ ਨਹੀਂ। ਸਰੀਰ ਨੂੰ ਕਸ਼ਟ ਦੇਣ ਦੀ ਵੀ ਜ਼ਰੂਰਤ ਨਹੀਂ। ਕੁਝ ਲੋਕ ਇਹ ਮੂੜਤਾ ਵੀ ਕਰਦੇ ਰਹੇ ਕਿ ਸਰੀਰ ਨੇ ਕਿਹੜਾ ਸਾਥ ਦੇਣਾ ਹੈ। ਇਹ ਇੰਦਰੇ ਤਾਂ ਭਟਕਾਉਂਦੇ ਹਨ, ਸਤਾਓ ਇਹਨਾਂ ਨੂੰ ਜਿੰਨਾ ਸਤਾਇਆ ਜਾਏ। ਕੰਡਿਆਂ ਤੇ ਲੇਟੋ ਕਿ ਬਰਫਾਂ ਤੇ ਲੇਟੋ। ਪਰਮਾਤਮਾ ਲਈ ਕੀ ਮੁਸ਼ਕਿਲ ਸੀ? ਸਰੀਰ ਤੇ ਰੋਮ ਪੈਦਾ ਕੀਤੇ, ਉਹ ਕੰਡੇ ਪੈਦਾ ਕਰ ਦਿੰਦਾ ਹੈ। ਅਕਸਰ ਬੇਰੀਆਂ ਕਿਕਰਾਂ ਨੂੰ ਕੰਡੇ ਲਾਏ ਨੇ, ਗੁਲਾਬ ਵਰਗੇ ਬੂਟੇ ਨੂੰ ਲਾ ਦਿੱਤੇ ਨੇ, ਤੇਰੇ ਸਰੀਰ ਤੇ ਵੀ ਲਾ ਦਿੰਦਾ ਹੈ। ਲੇਕਿਨ ਮਨੁੱਖ ਦੀ ਮੂੜਤਾ ਦੀ ਕੋਈ ਹੱਦ ਨਹੀਂ। ਇਹ ਸਰੀਰ ਦਾ ਦੁਸ਼ਮਣ ਵੀ ਬਣ ਕੇ ਕਈ ਵਾਰੀ ਆਖਦਾ ਮੈਂ ਧਰਮ ਕਮਾ ਰਿਹਾ। ਨਾ ਦੁਸ਼ਮਣੀ ਦਾ ਕੋਈ ਮਤਲਬ ਹੈ, ਨਾ ਇਸ ਤੇ ਮੈਂ ਦਾ ਦਾਅਵਾ ਕਰਨ ਦਾ ਕੋਈ ਮਤਲਬ ਹੈ। ਸਰਾਂ ਵਿੱਚ ਰੁਕਿਓ, ਜਿੰਨੀ ਸਾਫ਼ ਰੱਖੋਗੇ ਚੰਗਾ। ਕੋਈ ਆਉਣ ਵਾਲਾ ਤੁਹਾਡੇ ਤੋਂ ਬਾਅਦ ਜੋ ਮੁਸਾਫਰ ਹੋਵੇਗਾ ਉਹ ਵੀ ਆਖੇਗਾ ਚੰਗਾ ਹੈ। ਸਰਾਂ ਵੀ ਸਵਾਰ ਕੇ ਰੱਖਣੀ ਚਾਹੀਦੀ ਹੈ। ਸੰਸਾਰ ਸਰਾਂ ਸਹੀ, ਜਿੰਨਾ ਸਵਾਰ ਸਕੋ ਓਨਾ ਬਿਹਤਰ। ਸਰੀਰ ਵਿੱਚ ਆਤਮਾ ਬੈਠੀ ਹੈ, ਇਸ ਸਰੀਰ ਨੂੰ ਵੀ ਜਿੰਨਾ ਪਵਿੱਤਰ ਰੱਖ ਸਕੋ ਓਨਾ ਬਿਹਤਰ। ਲੇਕਿਨ ਇਤਨਾ ਯਾਦ ਰਹੇ, ਇੱਕ ਦਿਨ ਇਸ ਸਰੀਰ ਨੂੰ ਛੱਡ ਕੇ ਇਸ ਜੀਓ ਨੇ ਜਾਣਾ ਲਾਜ਼ਮੀ ਹੈ। ਆਈ ਆਗਿਆ ਪਿਰਹੁ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਜੀਓ ਨੇ ਕਦੀ ਕਾਇਆ ਨਾਲ ਸਲਾਹ ਵੀ ਜਾਣ ਵੇਲੇ ਨਹੀਂ ਕੀਤੀ, ਮਸ਼ਵਰਾ ਨਹੀਂ ਕੀਤਾ। ਤੂੰ ਮਹਿਸੂਸ ਕਰ, ਜਾਣ ਮੇਰਾ ਕੁਝ ਨਹੀਂ, ਧਨ ਵੀ ਮੇਰਾ ਨਹੀਂ। ਧਨ ਵੀ ਨਾ ਨਾਲ ਲੈ ਕੇ ਆਇਆ ਹਾਂ, ਨਾ ਨਾਲ ਜਾਣਾ ਹੈ। ਜ਼ਿੰਦਗੀ ਦੀ ਗੁਜ਼ਰਾਨ ਹੈ, ਚੰਗੇ ਢੰਗ ਨਾਲ ਕਮਾ, ਚੰਗੇ ਕੰਮਾਂ ਤੇ ਖਰਚ। ਇਸ ਨੂੰ ਭੋਗ ਤਿਜੋਰੀਆਂ 'ਚ ਬੰਦ ਪਿਆ ਤੇਰਾ ਕੁਝ ਨਹੀਂ ਸਵਾਰੇਗਾ।
ਮਾਲਕ ਨੂੰ ਜਦੋਂ ਮਨੁੱਖ ਚੇਤੇ ਕਰਦਾ ਹੈ, ਇੰਜ ਕਰੇ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕੁਝ ਵੀ ਹੈ ਐ ਮੇਰੇ ਮਾਲਕ ਸਭ ਤੇਰਾ ਹੀ ਹੈ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਦ ਦਾਤ ਤੇਰੀ ਹੈ, ਤੇਰੇ ਰਾਹ ਤੇ ਲੱਗ ਗਈ, ਇਸ ਵਿੱਚ ਮੇਰਾ ਕੀ ਖਰਚ ਹੁੰਦਾ ਹੈ। ਭਗਤ ਤਾਂ ਤਨ ਮਨ ਧਨ ਸਭ ਪਰਮਾਤਮਾ ਨੂੰ ਸਮਰਪਿਤ ਕਰਕੇ ਜਿਉਂਦਾ ਹੈ। ਕੋਈ ਈਰਖਾ ਬਚਣ ਦਾ ਸਵਾਲ ਹੀ ਨਹੀਂ, ਦਵੈਤ ਦਾ ਕੋਈ ਮਤਲਬ ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਕਾ ਬੁਰਾ ਕਿਉਂ ਹੋਏ। ਕਿਉਂਕਿ ਦਵੈਤ ਕਿਸੇ ਨਾਲ ਨਹੀਂ, ਇਸ ਲਈ ਸਤਿਗੁਰੂ ਸਾਰਿਆਂ ਦਾ ਭਲਾ ਚਾਹੁੰਦਾ ਹੈ। ਕਬੀਰ ਜੀ ਕਹਿੰਦੇ ਨੇ, ਇਹ ਪਦਾਰਥ ਭੋਗਣ ਲਈ ਹਨ, ਤੇਰੇ ਰਾਹ ਤੇ ਚੱਲਦਿਆਂ ਭੋਗੇ ਜਾਣ, ਤੈਨੂੰ ਸਮਰਪਿਤ ਨੇ। ਭੋਜਨ ਵੀ ਕਾਇਆ ਵਿੱਚ ਪਾਉਂਦਾ ਹਾਂ, ਇਸ ਅਹਿਸਾਸ ਨਾਲ ਕਿ ਤੂੰ ਹੀ ਛਕਣ ਵਾਲਾ ਹੈ। ਬਣਾਉਣ ਵੇਲੇ ਵੀ ਭਾਵਨਾ ਵੈਸੀ ਹੈ। ਕੱਪੜਾ ਉਣਦਾ ਹਾਂ, ਵੇਚਣ ਜਾਂਦਾ ਹਾਂ, ਤੇ ਆਖਣਾ ਰਾਮ ਤੇਰੇ ਲਈ ਬਣਾਇਆ। ਕਿਸੇ ਰੂਪ ਵਿੱਚ ਆ ਕੇ ਖਰੀਦ, ਕਿਸੇ ਰੂਪ ਵਿੱਚ ਪਹਿਨਣਾ ਤੂੰ ਹੀ ਹੈ। ਇਹ ਵੀ ਅਹਿਸਾਸ ਹੈ ਮੇਰੇ ਅੰਦਰ ਬੈਠ ਕੇ ਬਣਾਉਣ ਵਾਲਾ ਵੀ ਤੂੰ ਹੈ, ਕਾਇਆ ਮੇਰੀ ਥੋੜੀ ਹੈ। ਤੇਰਾ ਤੁਝ ਕੋ ਸੌਂਪ ਤੇ, ਇਹ ਤਨ ਮਨ ਧਨ ਸਭ ਤੇਰੀ ਭੇਟ ਕਰਦਾ ਹਾਂ, ਇਸ ਵਿੱਚ ਮੇਰੇ ਪੱਲਿਓਂ ਕੁਝ ਨਹੀਂ ਜਾ ਰਿਹਾ। ਪਰ ਇਹ ਅਵਸਥਾ ਬਣਦੀ ਕਿਵੇਂ ਹੈ। ਕਬੀਰ ਜੀ ਨੇ ਅਗਲਾ ਸ਼ਲੋਕ ਆਖਿਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੇਰਾ ਸਿਮਰਨ ਕਰਦਿਆਂ ਤੇਰੇ ਵਿੱਚ ਲੀਨ ਹੋ ਗਿਆ। ਜਿੰਨੀ ਦੇਰ ਮੈਂ ਰਹੇਗੀ, ਉਤਨੀ ਦੇਰ ਤੂੰ ਵੀ ਰਹੇਗੀ। ਮੈਂ ਤੂੰ ਹੁੰਦਿਆਂ ਕੋਈ ਦੇਰ ਨਹੀਂ ਲੱਗਦੀ। ਇਹ ਸੰਸਾਰਕ ਮੈਂ ਤੂੰ ਹੈ। ਲੇਕਿਨ ਜਦੋਂ ਇੱਕ ਮਾਲਕ ਨੂੰ ਤੂੰ ਕਰਨ ਕੋਈ ਲੱਗ ਪਵੇ ਕਿ ਇੱਥੇ ਵੀ ਤੂੰ, ਉੱਥੇ ਵੀ ਤੂੰ ਹੀ ਤੂੰ ਹੈ, ਸਭ ਤੇਰਾ ਹੀ ਤੇਰਾ ਹੈ। ਗੁਰੂ ਨਾਨਕ ਤੇਰਾ ਤੇਰਾ ਬੋਲਦੇ ਹਨ, ਕਬੀਰ ਜੀ ਤੂੰ ਬੋਲਦੇ ਹਨ। ਅੰਤਰ ਕੋਈ ਨਹੀਂ, ਭਾਵ ਇੱਕੋ ਹੈ। ਮੇਰੇ ਅੰਦਰ ਹੋ ਨਾ ਰਹੀ। ਲਫ਼ਜ਼ ਮੁਝ ਮੈਂ ਆਖ ਰਿਹਾ ਹਾਂ, ਪਰ ਹੈ ਤੂੰ ਹੀ। ਮੁਝ ਮੈਂ ਰਹਾ ਨ ਹੂੰ, ਜਬ ਆਪਾ ਪਰ ਕਾ ਮਿਟ ਗਿਆ। ਆਹੇ ਤਾਂ ਦਵੈਤ ਸੀ। ਇਹ ਮੈਂ ਹਾਂ, ਇਹ ਤੂੰ ਹੈ, ਇਹ ਮੇਰਾ ਹੈ, ਤੇਰਾ ਹੈ। ਤੇਰੇ ਪਾਸ ਵੱਧ ਕਿਉਂ, ਮੇਰੇ ਪਾਸ ਘੱਟ ਕਿਉਂ, ਤੇ ਲੱਖ ਝਗੜੇ। ਇਹ ਲਕੀਰਾਂ ਮਿਟ ਗਈਆਂ, ਇਹ ਚਾਰ ਦੀਵਾਰੀਆਂ ਮਿਟ ਗਈਆਂ। ਹੁਣ ਆਪਣੇ ਪਰਾਏ ਦੀ ਭਾਵਨਾ ਅੰਦਰ ਨਹੀਂ, ਸਾਰਿਆਂ ਵਿੱਚ ਜੋਤ ਹੀ ਇੱਕ ਹੈ। ਜਬ ਆਪਾ ਪਰਕਾ ਮਿਟ ਗਿਆ, ਫਿਰ ਅਵਸਥਾ ਇਹ ਹੈ, ਜਤ ਦੇਖੋ ਤਤ ਤੂੰ। ਜਿੱਧਰ ਵੀ ਦੇਖਦਾ ਹਾਂ ਤੂੰ ਹੀ ਵਰਤ ਰਿਹਾ ਹੈ। ਹਰ ਰੂਪ ਵਿੱਚ ਅਰੂਪ ਛੁਪਿਆ ਹੋਇਆ ਹੈ। ਜਿਸ ਨੂੰ ਇੰਜ ਪ੍ਰਤੀਤ ਹੋਣ ਲੱਗ ਪਵੇ, ਉਸ ਅੰਦਰ ਈਰਖਾ ਦੀ ਕੋਈ ਸੰਭਾਵਨਾ ਹੋ ਸਕਦੀ ਹੈ। ਦਵੈਤ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਸਾਰਿਆਂ ਵਿੱਚ ਉਹੀ ਹੈ ਤਾਂ ਸਭ ਮਿੱਤਰ ਨੇ। ਜਤ ਦੇਖੋ ਤਤ ਤੂੰ। ਜਿੱਧਰ ਦੇਖਦਾ ਹਾਂ ਤੂੰ ਹੀ ਤੂੰ ਹੈ। ਕਬੀਰ ਬੇਕਾਰ ਹੈ ਚਿਤਵਤੇ, ਝੂਠੇ ਕਰਤੇ ਆਸ। ਮਨੋਰਥ ਕੋਏ ਨ ਪੂਰਿਓ, ਚਾਲੇ ਊਠ ਨਿਰਾਸ। ਪਰ ਜਿਹੜੇ ਮਨੁੱਖ ਦਵੈਤ ਵਿੱਚ ਹੀ ਫਸੇ ਰਹੇ ਤੇ ਉਲਟੇ ਕੰਮ ਕਰਨ ਦੀਆਂ ਸੋਚਾਂ ਵਿੱਚ ਹੀ ਰਹੇ, ਬੇਕਾਰ ਹੈ ਚਿਤਵਤੇ, ਵਿਕਾਰ ਕਰਨ ਦੀ ਸੋਚ ਵਿੱਚ ਹੀ ਰਹੇ। ਝੂਠੇ ਕਰਤੇ ਆਸ, ਝੂਠੇ ਪਦਾਰਥਾਂ ਦੀਆਂ ਤ੍ਰਿਸ਼ਨਾਵਾਂ ਵਿੱਚ ਗ੍ਰਸੇ ਰਹੇ।
ਉਹਨਾਂ ਮੰਦਾ ਕਰਦਿਆਂ ਵੀ ਦੇਰ ਨਾ ਲਾਈ। ਝੂਠੇ ਪਦਾਰਥਾਂ ਦੀ ਤ੍ਰਿਸ਼ਨਾ ਅੰਦਰ ਪ੍ਰਬਲ ਹੋ ਜਾਏ ਤੇ ਮਨੁੱਖ ਕਿਸੇ ਦਾ ਵੀ ਨੁਕਸਾਨ ਕਰਕੇ ਆਪਣੇ ਗੋਦਾਮ ਭਰ ਲੈਣੇ ਚਾਹੁੰਦਾ ਹੈ। ਲੇਕਿਨ ਇਹ ਪਦਾਰਥ ਕਿਤਨੇ ਵੀ ਇਕੱਠੇ ਕਿਉਂ ਨਾ ਕਰ ਲੈ, ਜਾਣਾ ਖਾਲੀ ਹੱਥ ਹੈ। ਝੂਠੇ ਪਦਾਰਥਾਂ ਦੀ ਆਸ ਵਿੱਚ ਵਿਕਾਰਾਂ ਦੀਆਂ ਚਿਤਵਨੀਆਂ ਕਰਨ ਵਾਲਿਆ ਸਾਵਧਾਨ ਹੋ। ਜਿਨ੍ਹਾਂ ਨੇ ਵੀ ਅਜਿਹਾ ਕੀਤਾ ਹੈ, ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਇਹ ਨਾਸ਼ਵਾਨ ਪਦਾਰਥਾਂ ਦੀਆਂ ਤ੍ਰਿਸ਼ਨਾਵਾਂ ਕਦੀ ਪੂਰੀਆਂ ਨਹੀਂ ਹੋਈਆਂ, ਇਹ ਵੱਧਦੀਆਂ ਰਹਿੰਦੀਆਂ ਨੇ। ਤੇ ਦਿਲ ਦੀਆਂ ਗੱਲਾਂ, ਦਿਲ ਵਿੱਚ ਤ੍ਰਿਸ਼ਨਾਵਾਂ ਲੈ ਕੇ ਹੀ ਮਨੁੱਖ ਸੰਸਾਰ ਤੋਂ ਤੁਰ ਜਾਂਦਾ ਹੈ, ਕਿਉਂਕਿ ਤ੍ਰਿਸ਼ਨਾ ਦਾ ਇੱਕ ਸੁਭਾਅ ਹੈ। ਅੱਜ 1000 ਦੀ ਹੈ, 1000 ਹੋ ਗਿਆ ਲੱਖ ਦੀ ਹੋ ਜਾਏਗੀ, ਲੱਖ ਹੋ ਗਿਆ ਕਰੋੜਾਂ ਦੀ ਹੋ ਜਾਏਗੀ। ਪੁਗਾਨਾ ਤਾਂ ਹਵਾ ਨਾਲ ਫੁੱਲਦਾ ਹੈ, ਪਰ ਆਖਰ ਕੋਈ ਸੀਮਾ ਫਟ ਜਾਂਦਾ ਹੈ। ਪਰ ਤ੍ਰਿਸ਼ਨਾ ਦਾ ਪੁਗਾਨਾ ਤਾਂ ਫਟਦਾ ਹੀ ਨਹੀਂ, ਫੈਲਦਾ ਹੀ ਤੁਰਿਆ ਜਾਂਦਾ ਹੈ, ਫੈਲਦਾ ਹੀ ਤੁਰਿਆ ਜਾਂਦਾ ਹੈ। ਜ਼ਿੰਦਗੀ ਦੀ ਡੋਰ ਟੁੱਟ ਜਾਂਦੀ ਹੈ, ਪਰ ਤ੍ਰਿਸ਼ਨਾ ਦਾ ਪੁਗਾਨਾ ਅਗਾਂਹ ਤੋਂ ਅਗਾਂਹ ਵੱਧਦਾ ਜਾਂਦਾ ਹੈ। ਆਖਰ ਗੁਆਚ ਕਿੱਥੇ ਗਿਆ ਕੋਈ ਪਤਾ ਨਹੀਂ, ਡੋਰ ਟੁੱਟ ਗਈ। ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਜਿੰਨੀਆਂ ਤ੍ਰਿਸ਼ਨਾ ਵਧੇਰੇ ਹੋਣਗੀਆਂ, ਓਨਾ ਮਨੁੱਖ ਸੰਸਾਰ ਤੋਂ ਨਿਰਾਸ਼ ਜਾਵੇਗਾ, ਸੰਤੁਸ਼ਟ ਨਹੀਂ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਕਬੀਰ ਜੀ ਫਿਰ ਸਾਵਧਾਨ ਕਰਦੇ ਹਨ, ਇਸ ਸੰਸਾਰ ਵਿੱਚ ਸੁਖੀ ਉਹ ਹੈ ਜੋ ਸੁੱਖਾਂ ਦੇ ਦਾਤੇ ਦੀ ਯਾਦ ਆਪਣੇ ਚਿੱਤ ਵਿੱਚ ਵਸਾ ਲੈਂਦਾ ਹੈ। ਉਹ ਮਨੁੱਖ ਲੋਕ ਪ੍ਰਲੋਕ ਕਿਤੇ ਵੀ ਭਟਕਦਾ ਨਹੀਂ, ਨਾ ਉਸ ਅੰਦਰ ਸਵਰਗ ਦੀ ਹੀ ਲਾਲਸਾ ਹੁੰਦੀ ਹੈ। ਪਦਾਰਥ ਤਾਂ ਇੱਕ ਪਾਸੇ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ। ਚਰਨ ਕਮਲ ਕੀ ਮੌਜ ਮਹਿ, ਰਹਾਂ ਅੰਤ ਅਰ ਆਦ। ਮਾਲਕ ਦੇ ਚਰਨਾਂ ਨਾਲ ਜੁੜਿਆ ਵਿਅਕਤੀ ਤ੍ਰਿਸ਼ਨਾ ਤੋਂ ਮੁਕਤ ਹੋ ਜਾਂਦਾ ਹੈ। ਡੋਲਣ ਦਾ ਕੋਈ ਪ੍ਰਸ਼ਨ ਹੀ ਨਹੀਂ, ਨਾ ਦੁਨੀਆ ਦੇ ਪਦਾਰਥਾਂ ਲਈ, ਨਾ ਪ੍ਰਲੋਕ ਦੇ ਸੁੱਖਾਂ ਲਈ। ਨਿਰੰਕਾਰ ਨਾਲ ਹੀ ਅਭੇਦਤਾ ਬਣ ਗਈ, ਹੋਰ ਮੰਗਣਾ ਕੀ ਹੈ। ਭਟਕਣ ਦਾ ਕੋਈ ਪ੍ਰਸ਼ਨ ਨਹੀਂ, ਮਾਲਕ ਰਾਖਾ ਹੋ ਗਿਆ। ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਅੱਜ ਦਾ ਆਖਰੀ ਸ਼ਲੋਕ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ, ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਜੀ ਕਹਿੰਦੇ ਨੇ, ਆਮ ਤੌਰ ਤੇ ਇਹ ਜੀਵ ਵਿਕਾਰਾਂ 'ਚ ਪੈ ਵਿਕਾਰਹਿ ਚਿਤਵ ਤੇ ਝੂਠੀਆਂ ਆਸਾਂ 'ਚ ਪੈ ਝੂਠੇ ਕਰਤੇ ਆਸ। ਆਖਰੀ ਹਸ਼ਰ ਤਾਂ ਇਹੀ ਹੋਇਆ ਸੀ ਕਿ ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਜਿੰਨੀ ਤ੍ਰਿਸ਼ਨਾ ਹੈ ਮਨੁੱਖ ਓਨਾ ਹੀ, ਜਿਵੇਂ ਕੋਲੂ ਵਿੱਚ ਤਿਲ ਪੀੜੀ ਦੇ ਨੇ, ਇਉਂ ਪੀੜ ਹੋ ਰਿਹਾ ਹੈ। ਉਸ ਦੀ ਜ਼ਿੰਦਗੀ ਇੱਕ ਪੀੜਾ ਨਾਲ ਭਰੀ ਹੋਈ ਪਿਸ ਰਹੀ ਹੈ। ਪੂਰੇ ਗੁਰੂ ਨੇ ਕਿਰਪਾ ਕੀਤੀ, ਉਸ ਵਿੱਚੋਂ ਬਚਾ ਲਿਆ। ਇੱਕ ਦੇ ਲੜ ਲਾ ਕੇ ਚੱਕੀ ਦੇ 2 ਪੁੜ ਜ਼ਰੂਰ ਦਾਣਿਆਂ ਨੂੰ ਪੀ ਕੇ ਰੱਖ ਦਿੰਦੇ ਹਨ, ਪਰ ਜਿਹੜੇ ਵਿਚਕਾਰ ਦੀ ਇੱਕ ਕਿੱਲ ਦਾ ਸੈਂਟਰ ਦਾ ਸਹਾਰਾ ਛੱਡ ਇਹਨਾਂ ਦਵੈਤ ਦੇ ਪੁੜਾਂ ਵਿੱਚ ਪੈ ਗਏ। ਅੱਜ ਦੂਈ ਤੋਂ ਦਵੈਤ ਤੋਂ ਹੀ ਚਰਚਾ ਸ਼ੁਰੂ ਹੋਈ ਸੀ। ਸਤਿਗੁਰੂ ਕਹਿੰਦੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਦੇਖਣ ਵਾਲਾ ਹੋਵੇ, ਇੱਥੋਂ ਵੀ ਇੱਕ ਪੈਗਾਮ ਚੱਕੀ ਤੋਂ ਵੀ ਮਿਲਦਾ ਹੈ। ਚੱਕੀ ਵੀ ਤੇਰੇ ਲਈ ਪੈਗੰਬਰ ਬਣ ਜਾਏ। ਰੱਬ ਦਾ ਪੈਗਾਮ ਦੇ ਰਹੀ ਹੈ ਕੀ ਕਿ ਦੇਖ ਗੌਰ ਨਾਲ, ਜਿਹੜੇ ਦਾਣੇ ਦਰ ਤੇ ਟਿਕ ਗਏ
ਉਹ ਪੀਸ ਨਹੀਂ ਹੋਏ ਬਚ ਗਏ, ਪਰ ਜਿਨ੍ਹਾਂ ਦਰ ਛੱਡ ਦਿੱਤਾ ਜਿੱਥੋਂ ਪਾਏ ਸੀ, ਉਹ 2 ਪੁੜਾਂ ਵਿੱਚ ਪਿਸ ਗਏ। ਪੈਗਾਮ ਹੈ ਤੇਰੇ ਲਈ, ਸੁਨੇਹਾ ਹੈ, ਸੰਦੇਸ਼ਾ ਹੈ, ਉਪਦੇਸ਼ ਹੈ। ਉਸ ਇੱਕ ਦਾ ਦਰ ਮਲ ਕੇ ਬੈਠ ਜਾ, ਨਹੀਂ ਪਿਸੇਗਾ। 2 ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਬਰੇ ਨਾਨਕ ਅਜ ਬਡਿਠ। ਸਤਿਗੁਰੂ ਕਹਿੰਦੇ ਨੇ ਇਹ ਅਜੀਬ ਕ੍ਰਿਸ਼ਮਾ ਨਹੀਂ ਤਾਂ ਹੋਰ ਕੀ ਹੈ। ਇਉਂ ਹੀ ਜਿਨ੍ਹਾਂ ਉਸ ਇੱਕ ਮਾਲਕ ਦਾ ਦਰ ਮੱਲ ਲਿਆ, ਉਹਨਾਂ ਨੂੰ ਦੁਵੈਤ ਦੇ ਪੁੜ ਪੀ ਨਹੀਂ ਸਕੇ। ਕਬੀਰ ਜੀ ਕਹਿੰਦੇ ਨੇ ਜੀਵ ਪਿਸ ਰਹੇ ਸਨ, ਪਰ ਜਿਨ੍ਹਾਂ ਸਤਿਗੁਰੂ ਦੀ ਓਟ ਤੱਕ ਲਈ ਉਹ ਪਿਸਣੋਂ ਬਚ ਗਏ, ਗੁਰੂ ਨੇ ਇੱਕ ਨਾਲ ਜੋੜ ਦਿੱਤੇ। ਕਬੀਰ ਕਹਾਣੀ ਪੀੜ ਤੇ ਵਿਕਾਰਾਂ ਦੀ ਕਹਾਣੀ 'ਚ ਪੀੜੇ ਦੇ ਜਾ ਰਹੇ ਸਨ। ਸਤਿਗੁਰ ਲੀਏ ਛਡਾਏ, ਪੂਰੇ ਗੁਰੂ ਨੇ ਕਿਰਪਾ ਕਰਕੇ ਬਚਾ ਲਿਆ, ਛਡਾ ਲਿਆ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਪ੍ਰਭੂ ਚਰਨਾਂ ਦੀ ਪ੍ਰੀਤ ਜੋ ਧੁਰੋਂ ਬਣੀ ਆਉਂਦੀ ਸੀ, ਪਰ ਵਿਕਾਰ ਤ੍ਰਿਸ਼ਨਾ ਨੇ ਨੱਪ ਲਿਆ ਸੀ ਜਿਸ ਨੂੰ, ਉਹ ਮੁੜ ਕੇ ਚਮਕ ਪੈਦਾ ਹੋ ਗਈ। ਪੂਰੇ ਗੁਰੂ ਨੇ ਪਾਣੀ ਉੱਪਰੋਂ ਬੂਰ ਹਟਾ ਦਿੱਤਾ, ਨਿਰਮਲ ਜਲ ਫਿਰ ਪ੍ਰਗਟ ਹੋ ਗਿਆ। ਪ੍ਰਭੂ ਦੀ ਪ੍ਰੀਤ ਜਾਗਰਤ ਹੋ ਗਈ, ਪ੍ਰਭੂ ਨਾਲ ਅਭੇਦਤਾ ਬਣ ਗਈ, ਔਰ ਇਹ ਮਨੁੱਖਾ ਜਨਮ ਸਫਲ ਹੋ ਗਿਆ। ਵਾਹਿਗੁਰੂ ਜੀ ਕਿਰਪਾ ਕਰਨ, ਦੁਵੈਤ ਦੇ ਪੁੜਾਂ ਵਿੱਚ ਪਿਸ ਹੋਣ ਤੋਂ ਬਚਣ ਲਈ ਉਸ ਇੱਕ ਦਾ ਦਰ ਮਲ ਸਕੀਏ ਤੇ ਪਿਸ ਹੋਣੋਂ ਬਚ ਸਕੀਏ। ਇਹ ਕਹਾਣੀ ਵਿੱਚ ਪੀੜੇ ਨਾ ਜਾਵੀਏ, ਪ੍ਰਵਾਨ ਚੜੀਏ ਪੀੜੇ ਨਾ ਜਾਈਏ। ਇਹੀ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਮਿਹਰ ਕਰਕੇ ਸਾਨੂੰ ਇਸ ਉਪਦੇਸ਼ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨ, ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।